मैं ਤਾਂ ਐਕਸੈਪਟ ਕਰ ਹੀ ਲਈ ਹੈ ਹਾਰ। ਮੈਂ ਤਾਂ ਆ ਗਿਆ ਵਾਂ ਉਹਨਾਂ ਨੂੰ ਵਧਾਈ ਦੇ ਕੇ, ਲੇਕਿਨ ਜਿਹੜਾ ਮੇਰੀ ਖੇਤਰ ਦੀ ਜਨਤਾ ਹੈ ਨਾ ਉਹ ਐਕਸੈਪਟ ਨਹੀਂ ਕਰ ਰਹੀ ਹਾਰ। ਤੁਹਾਨੂੰ ਕੀ ਲੱਗਦਾ ਪਾਰਦਰਸ਼ਤਾ ਨਹੀਂ ਹੋਈ ਇਹਦੇ ਵਿੱਚ? ਨਹੀਂ, ਪਾਰਦਰਸ਼ਤਾ 'ਚ ਵੀ ਹਾਂ ਥੋੜ੍ਹਾ ਜਿਹਾ ਕਮੀ ਇਹ ਆਈ ਹੈ ਕਿ ਜਦੋਂ ਚੁਣਾਵ ਚੱਲ ਰਿਹਾ ਹੈ ਪੂਰੇ ਦੇਖ ਕੇ ਤੇ ਸਾਡੇ ਹੀ ਉੱਥੇ ਘੋਸ਼ਣਾ ਹਲਕੇ ਪਹਿਲਾਂ 10-11 ਰਾਊਂਡ ਤੱਕ ਜਦੋਂ ਅਸੀਂ ਵਧਣਾ ਸ਼ੁਰੂ ਜ਼ਿਆਦਾ ਕਰ ਦਿੱਤਾ ਸਾਡੀ ਉੱਥੇ ਘੋਸ਼ਣਾ ਹੀ ਨਹੀਂ ਹੋਈ। ਨਿਰਵਾਚਨ ਆਯੋਗ ਤੇ ਤੁਸੀਂ ਸਵਾਲ ਚੁੱਕ ਰਹੇ ਹੋ? ਹਾਂ ਬਿਲਕੁਲ ਕਰਾਂਗੇ, ਅਸੀਂ ਕਰਾਂਗੇ। ਸ਼ਾਇਦ ਅਸੀਂ ਕਾਨੂੰਨੀ ਪ੍ਰਕਿਰਿਆ। ਸਿੱਖ ਭਾਈਚਾਰੇ ਦਾ ਵੋਟ ਤੁਹਾਨੂੰ ਕਿੰਨੇ % ਪਿਆ, ਕੀ ਲੱਗਦਾ ਤੁਹਾਨੂੰ? ਸਾਨੂੰ ਤੇ ਕਰੀਬ ਜਿਹੜਾ 85% ਤੋਂ ਜ਼ਿਆਦਾ ਵੋਟ। ਕਿਉਂਕਿ ਮੈਂ ਹੁਣੇ ਔਲਖ ਸਾਹਿਬ ਦਾ ਮੈਂ ਇੰਟਰਵਿਊ ਲੈ ਕੇ ਆਇਆ, ਉਹਨਾਂ ਦੇ ਜਿਹੜੇ ਸਮਰਥਕ ਕਹਿੰਦੇ ਨੇ ਕਿ ਸਿੱਖ ਵੋਟ ਜਿਹੜਾ 85% ਸਾਨੂੰ ਪਿਆ। ਹੁਣ ਤੁਹਾਨੂੰ ਜਿਹੜਾ ਤੁਸੀਂ ਹਾਰੇ ਨਹੀਂ ਹੋ, ਤੁਹਾਨੂੰ ਹਰਾਇਆ ਗਿਆ ਇੱਕ ਗਲਤ ਤਰੀਕੇ ਦੇ ਨਾਲ, ਇਹ ਤੁਹਾਡਾ ਕਹਿਣ ਦਾ ਮਤਲਬ ਹੈ? ਤੁਹਾਡੀ ਛਵੀ ਇੱਕ ਬਹੁਤ ਵਧੀਆ ਹੈ ਇਸ ਇਲਾਕੇ, ਜੋ ਅਸੀਂ ਪਤਾ ਕੀਤਾ, ਲੇਕਿਨ ਉਹਦੇ ਬਾਵਜੂਦ ਰਹਿ ਜਾਣਾ ਤੇ ਕਿਸਾਨੀ ਅੰਦੋਲਨ ਦਾ ਗੜ੍ਹ ਰਹਿਣਾ, ਉਹ ਇੱਕ ਆਮ ਜਿਹੜੇ ਸਮਰਥਕ ਨੇ ਉਹ ਪਛਾ ਨਹੀਂ ਪਾ ਰਹੇ। ਸਿੱਖ ਸੰਗਤ ਨਿਊਜ਼ ਦੇਖ ਰਹੇ ਹੋ, ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦਾ। ਬਿਲਾਸਪੁਰ ਵਿਧਾਨ ਸਭਾ ਉਹ ਵਿਧਾਨ ਸਭਾ ਯੂਪੀ ਦੀ ਜਿੱਥੋਂ ਦੀ ਇਹ ਗੜ੍ਹ ਮੰਨਿਆ ਜਾਂਦਾ ਸੀ ਕਿ ਜਿਹੜਾ ਕਿਸਾਨ ਅੰਦੋਲਨ ਚੱਲਿਆ ਹੈ ਉਹ ਇੱਥੋਂ ਇੱਕ ਕੇਂਦਰ ਬਿੰਦੂ ਸੀਗਾ, ਕਿਉਂਕਿ ਇੱਥੋਂ ਦੀ ਜਿਹੜੀ ਆਵਾਜ਼ ਹੈ ਗਾਜੀਪੁਰ ਬਾਰਡਰ 'ਤੇ ਜਿਹੜਾ ਮੋਰਚਾ ਲੱਗਿਆ ਉਹ ਇਸ ਇਲਾਕੇ ਦੀ ਪਛਾਣ ਸੀ। ਸੋ ਕਿਸਾਨਾਂ ਦਾ ਬੜਾ ਵੱਡਾ ਰੋਸ ਸੀਗਾ। ਇਸ ਵਾਰ ਲੱਗਦਾ ਸੀ ਕਿ ਸ਼ਾਇਦ ਬਿਲਾਸਪੁਰ ਵਿਧਾਨ ਸਭਾ ਤੋਂ ਜਿਹੜੇ ਪੁਰਾਣੇ ਜਿਹੜੇ ਮੰਤਰੀ ਹੈਗੇ ਸੀ ਬਲਦੇਵ ਸਿੰਘ ਔਲਖ ਸਾਹਿਬ, ਉਹਨਾਂ ਦੇ ਲਈ ਮੁਸ਼ਕਲ ਹੈ। ਅਮਰਜੀਤ ਸਿੰਘ ਢਿੱਲੋਂ ਸਾਹਿਬ ਜਿਹੜੇ ਸਪਾ ਤੋਂ ਆਏ ਨੇ, ਉਹਨਾਂ ਦੀ ਲਹਿਰ ਬਹੁਤ ਜ਼ਿਆਦਾ ਸੀਗੀ, ਲੇਕਿਨ ਹੋਇਆ ਬਿਲਕੁਲ ਉਲਟਿਆ ਹੈ ਤੇ ਲਗਭਗ 307 ਵੋਟਾਂ ਤੋਂ ਬਿਲਕੁਲ ਕਰੀਬੀ ਅੰਤਰ ਤੋਂ ਜਿਹੜਾ ਆਪਾਂ ਕਹਿ ਸਕਦੇ ਹਾਂ ਥੋੜ੍ਹੇ ਜਿਹੇ ਅੰਤਰਾਲ ਦੇ ਨਾਲ ਇਹਨਾਂ ਦੀ ਹਾਰ ਹੋਈ ਹੈ। ਸੋ ਪ੍ਰਤੀਕਰਮ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕਹਿੰਦੇ ਆ, ਹਾਰ ਕਿੱਦਾਂ ਹੋਈ ਹੈ, ਕਾਰਨ ਕੀ ਨੇ, ਕੀ ਸਮੀਖਿਆ ਕਰ ਰਹੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਚੈਨਲ ਦੇ ਵਿੱਚ। ਢਿੱਲੋਂ ਸਾਹਿਬ ਸਾਡਾ ਸਵਾਗਤ ਹੈ। ਧੰਨਵਾਦ ਜੀ। ਢਿੱਲੋਂ ਸਾਹਿਬ ਜੀ, ਅੰਤਰ ਬਹੁਤ ਘੱਟ ਰਿਹਾ ਹੈ। 307 ਇੱਕ ਕਿਹੜੀ ਧਾਰਾ ਵੀ ਹੁੰਦੀ ਹੈ, ਸ਼ਾਇਦ ਇਰਾਦਾ ਕਤਲ ਦੀ ਹੁੰਦੀ ਹੈ, ਤੇ ਉਹ 307 ਦਾ ਅੰਕ ਆਪਾਂ ਕਹੇ ਤੇ ਪਹਿਲਾ ਪ੍ਰਤੀਕਰਮ ਤੁਹਾਡਾ ਕੀ ਹੈ, ਕੀ ਕਾਰਨ ਮੰਨਦੇ ਹੋ? ਕਾਰਨ ਦੇਖੋ ਜੀ, ਮੈਂ ਤਾਂ ਐਕਸੈਪਟ ਕਰ ਹੀ ਲਈ ਹੈ ਹਾਰ। ਮੈਂ ਤਾਂ ਆ ਗਿਆ ਵਾਂ ਉਹਨਾਂ ਨੂੰ ਵਧਾਈ ਦੇ ਕੇ, ਲੇਕਿਨ ਜਿਹੜਾ ਮੇਰੀ ਖੇਤਰ ਦੀ ਜਨਤਾ ਹੈ ਨਾ ਉਹ ਐਕਸੈਪਟ ਨਹੀਂ ਕਰ ਰਹੀ ਹਾਰ। ਉਹ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹੈ, ਨਾ ਸ਼ਹਿਰ ਬਿਲਾਸਪੁਰ ਦੇ, ਨਾ ਮਿਲਕ, ਨਾ ਕੈਂਬਰੀ ਦੇ ਖੇਤਰ ਦੇ ਲੋਕ। ਉਹ ਕਹਿ ਰਹੇ ਨੇ ਹੋ ਕਿਵੇਂ ਗਿਆ। ਸਮਰਥਕ ਤੁਹਾਡੇ ਮਾਯੂਸ ਨੇ? ਨਹੀਂ, ਮਾਯੂਸ ਸਮਰਥਕ ਤੇ ਇਸ ਕਰਕੇ ਕਿ ਉਹਨਾਂ ਨਾਲ ਸਾਰੀ ਜ਼ਿੰਦਗੀ ਹੋ ਗਿਆ ਚੁਣਾਵ ਲੜਾਉਂਦੇ ਆ, ਔਰ ਮੇਰਾ ਵੀ ਜੀਵਨ ਇਹੋ ਜਿਹਾ ਦੇਖਿਆ। ਮੈਂ ਤਾਂ ਸਾਰਿਆਂ ਦਾ ਚੁਣਾਵ ਇੰਚਾਰਜ ਰਿਹਾ ਵਾਂ, ਗਿਆਨੀ ਹਰਿੰਦਰ ਸਿੰਘ ਤੋਂ ਲੈ ਕੇ ਨਸੀਰ ਅਹਿਮਦ ਖਾਨ, ਆਜ਼ਮ ਖਾਨ ਸਾਹਿਬ, ਸਭ ਦਾ ਮੈਂ ਚੁਣਾਵ ਇੰਚਾਰਜ ਰਿਹਾ ਵਾਂ। ਪੂਰੇ ਖੇਤਰ ਦੀ ਲਹਿਰ ਸੀ, ਇਸ ਕਰਕੇ ਤੁਹਾਡੇ ਚੈਨਲ 'ਚ ਮੈਂ ਸ਼ੁਰੂ 'ਚ ਕਿਹਾ ਸੀ ਕਿ ਸਾਡੀ ਚੁਣਾਵ ਹੈ ਨਹੀਂ ਹੈ। ਜਦੋਂ ਤੁਸੀਂ ਤੁਹਾਡੇ ਰੂਬਰੂ ਹੋਏ ਸੀ, ਤੁਸੀਂ ਕਿਹਾ ਸੀ ਇੱਕ ਤਰਫਾ ਤੁਹਾਡਾ ਮੁਕਾਬਲਾ ਹੀ ਕਿਸੇ ਦੇ ਨਾਲ ਨਹੀਂ ਹੈ, ਇਸ ਤਰ੍ਹਾਂ ਦੇ ਤੁਹਾਨੂੰ ਵਿਸ਼ਵਾਸ ਸੀਗਾ? ਹਾਂ ਬਿਲਕੁਲ ਉਹੀ ਵਿਸ਼ਵਾਸ ਸੀ, ਲੇਕਿਨ ਜਿਹੜੇ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਦੇਸ਼ ਦੇ ਉੱਤੇ ਜਿਹੜੇ ਲੋਕ ਬੈਠੇ ਹੋਏ ਨੇ, ਦੇਸ਼ ਦੇ ਸੱਤਾਧਾਰੀ, ਉਹਨਾਂ ਨੇ ਗੋਦੀ ਮੀਡੀਆ ਦੇ ਰਾਹੀਂ ਜਾਂ ਜਿਸ ਤਰੀਕੇ ਦੇ ਵੀ ਰਾਹੀਂ ਕਿਸ ਤਰ੍ਹਾਂ ਇਹ ਜਨਤਾ ਨੂੰ ਪੋਲਰਾਈਜ਼ ਕਰਕੇ, ਜਿਸ ਤਰ੍ਹਾਂ ਜਿਵੇਂ ਵੀ ਕਰਕੇ ਇਹਨਾਂ ਨੇ ਜਿਹੜਾ ਫਿਰਕਿਆਂ 'ਚ ਵੰਡ ਕੇ ਜਿਹੜਾ ਬਿਲਕੁਲ ਨਹੀਂ ਸੀ ਦਿਸ ਰਿਹਾ ਇੱਥੇ ਸਾਨੂੰ, ਉਹਦਾ ਵੀ ਅੰਤਰ ਜ਼ਰੂਰ ਪਿਆ ਹੈ। ਤੇ ਤੁਹਾਨੂੰ ਕੀ ਲੱਗਦਾ ਪਾਰਦਰਸ਼ਤਾ ਨਹੀਂ ਹੋਈ ਇਹਦੇ ਵਿੱਚ? ਨਹੀਂ, ਪਾਰਦਰਸ਼ਤਾ 'ਚ ਵੀ ਹਾਂ ਥੋੜ੍ਹਾ ਜਿਹਾ ਕਮੀ ਇਹ ਆਈ ਹੈ ਕਿ ਜਦੋਂ ਚੁਣਾਵ ਚੱਲ ਰਿਹਾ ਹੈ ਪੂਰੇ ਦੇਖ ਕੇ ਤੇ ਸਾਡੇ ਹੀ ਉੱਥੇ ਘੋਸ਼ਣਾ ਹਲਕੇ ਪਹਿਲਾਂ 10-11 ਰਾਊਂਡ ਤੱਕ ਜਦੋਂ ਅਸੀਂ ਵਧਣਾ ਸ਼ੁਰੂ ਜ਼ਿਆਦਾ ਕਰ ਦਿੱਤਾ ਸਾਡੀ ਉੱਥੇ ਘੋਸ਼ਣਾ ਹੀ ਨਹੀਂ ਹੋਈ। 17 ਰਾਊਂਡ ਤੱਕ ਅਸੀਂ 22-23 ਹਜ਼ਾਰ ਵੋਟ ਤੋਂ ਅੱਗੇ ਹੋ ਗਏ ਸੀ। 18ਵੇਂ ਦੀ ਵੀ ਸਾਡੇ ਕੋਲ ਲਿਸਟ ਆ ਗਈ ਸੀ। ਉਦੋਂ ਬਾਅਦ ਇਹਨਾਂ ਨੇ ਸਾਡੀ ਘੋਸ਼ਣਾ ਬੰਦ ਕਰ ਦਿੱਤੀ ਸੀ। ਕੋਈ ਨਾ ਇਹਨਾਂ ਨੇ ਵੈਬਸਾਈਟ ਜਿਹੜੀ ਉਹ ਵੀ ਸਾਡੇ ਪਿੱਛੇ ਕਰ ਦਿੱਤੀ ਗਈ ਸੀ। ਉਦੋਂ ਬਾਅਦ ਅਸੀਂ ਅਖੀਰ ਤੱਕ ਕਹਿੰਦੇ ਰਹੇ ਹਾਂ ਉਹਨਾਂ ਨੂੰ ਕਿ ਤੁਸੀਂ ਸਾਡਾ ਘੋਸ਼ਣਾ ਕਿਉਂ ਨਹੀਂ ਕਰ ਰਹੇ, ਜਿਨ੍ਹਾਂ ਦਾ ਆ ਗਈ ਹੈ, ਹੁਣ ਕਰਨੇ ਆ। ਉਹ ਉਹਨਾਂ ਨੇ ਬਿਲਕੁਲ ਨਹੀਂ ਕੀਤੀ। ਨਿਰਵਾਚਨ ਆਯੋਗ ਤੇ ਤੁਸੀਂ ਸਵਾਲ ਚੁੱਕ ਰਹੇ ਹੋ? ਹਾਂ ਬਿਲਕੁਲ ਕਰਾਂਗੇ, ਅਸੀਂ ਕਰਾਂਗੇ। ਸ਼ਾਇਦ ਅਸੀਂ ਕਾਨੂੰਨੀ ਪ੍ਰਕਿਰਿਆ ਦਾ। ਉਸ ਵੇਲੇ ਤੁਸੀਂ ਵਿਰੋਧ ਨਹੀਂ ਜਤਾਇਆ? ਨਹੀਂ, ਉਸ ਵੇਲੇ ਤੇ ਦੇਖੋ ਸਾਨੂੰ ਜਿਹੜੀ EVM ਸੀ, EVM ਦੇ ਵਿੱਚ ਤੇ ਅਸੀਂ ਜਿੱਤੇ ਹਾਂ, ਲੇਕਿਨ ਜਿਹੜਾ ਵੋਟ ਕਰਮਚਾਰੀਆਂ ਦਾ ਸੀ, ਬੈਲਟ ਪੇਪਰ ਦਾ ਜਿਹੜਾ ਵੋਟ, ਉਹ ਸਾਨੂੰ ਪਤਾ ਲੱਗਿਆ ਕਿ ਉਹਦੇ 'ਚ BJP ਨੂੰ ਜ਼ਿਆਦਾ ਵੋਟ ਪਿਆ, ਮੈਨੂੰ ਘੱਟ ਪਿਆ। ਉਹ ਕਰਮਚਾਰੀ ਹੀ ਤਿਆਰ ਨਹੀਂ ਕਿ ਅਸੀਂ ਤਾਂ ਵੋਟ ਨਹੀਂ ਪਾਇਆ, ਪੈ ਕਿੱਥੋਂ ਗਿਆ ਵੇ। ਇੱਕ ਚੀਜ਼ ਢਿੱਲੋਂ ਸਾਹਿਬ, ਇੱਕ ਚੀਜ਼ ਹੋਰ,
ਇਹ ਜਿਹੜਾ ਖੇਤਰ ਇਹ ਕਿਸਾਨ ਅੰਦੋਲਨ ਦਾ ਗੜ ਰਿਹਾ, ਇਹ ਕੇਂਦਰ ਬਿੰਦੂ ਰਿਹਾ। ਸਿੱਖ ਭਾਈਚਾਰਾ ਵੀ ਇੱਥੇ ਬਹੁਤ ਵੱਡੀ ਸੰਖਿਆ ਦੇ ਵਿੱਚ ਹੈ। ਇਹ ਦੱਸਿਆ ਜਾ ਰਿਹਾ ਸੀ ਕਿ ਸਿੱਖ ਭਾਈਚਾਰਾ ਤੁਹਾਡੇ ਨਾਲ ਜ਼ਿਆਦਾ ਹੈ, ਲੇਕਿਨ ਜੋ ਹੁਣ ਨਿਕਲ ਕੇ ਆਏ ਨੇ ਬੂਥ ਵਾਈਜ਼ ਜੇ ਆਪਾਂ ਗੱਲ ਕਰੀਏ, ਭਾਵੇਂ ਜਿਹੜਾ ਸ਼ਹੀਦ ਨਵਰੀਤ ਸਿੰਘ ਹੋਇਆ ਹੈ, ਉੱਥੋਂ ਦੇ ਵੀ ਤੁਸੀਂ ਹਾਰ ਕੇ ਆਏ ਹੋ, ਉਹ ਵੀ ਉੱਥੇ ਸਿੱਖਾਂ ਦਾ ਜਿਹੜਾ ਮੁੱਦੇ, ਇਹ ਤਾਂ ਸਿੱਖਾਂ ਦਾ ਵੋਟ ਤਾਂ ਫਿਰ ਉਧਰ ਵੀ ਚੱਲ ਗਿਆ। ਨਹੀਂ ਉਹਦੇ ਵਿੱਚ ਦਿਬਦਿਬਾ ਸਾਈਡ ਔਰ ਬੰਗਾਲੀ ਕਲੋਨੀ ਮਾਨਪੁਰ ਓਜਾ ਸਾਈਡ ਜਿਹੜੇ ਬਹੁਤ ਵੱਡੇ ਖੇਤਰ ਨੇ, ਉਹ ਤਿੰਨ ਸਾਡੇ ਚੱਕਰਾਂ ਤੱਕ ਸਾਨੂੰ ਖਾਲੀ, ਉਧਰ ਸਾਨੂੰ ਘੱਟ ਮਿਲਿਆ। ਬਾਕੀ ਜਿੱਧਰ ਸਿੱਖ ਬਹੁਲ ਖੇਤਰ, ਬਾਕੀ ਹੋਰ ਮੇਰੀ ਉਹਦੇ 'ਚ ਅਸੀਂ ਕਿਸੇ 'ਚ ਵੀ ਨਹੀਂ ਹਾਰੇ। ਸਿੱਖ ਭਾਈਚਾਰੇ ਦਾ ਵੋਟ ਤੁਹਾਨੂੰ ਕਿੰਨੇ ਪਰਸੈਂਟ ਪਿਆ, ਕੀ ਲੱਗਦਾ ਤੁਹਾਨੂੰ? ਸਾਨੂੰ ਤੇ ਕਰੀਬ ਜਿਹੜਾ 85% ਤੋਂ ਜ਼ਿਆਦਾ ਵੋਟ ਸਾਨੂੰ। ਮੈਂ ਹੁਣੇ ਔਲਖ ਸਾਹਿਬ ਦਾ ਮੈਂ ਇੰਟਰਵਿਊ ਲੈ ਕੇ ਆਇਆ, ਉਹਨਾਂ ਦੇ ਜਿਹੜੇ ਸਮਰਥਕ ਕਹਿੰਦੇ ਨੇ ਕਿ ਸਿੱਖ ਵੋਟ ਜਿਹੜਾ 85% ਸਾਨੂੰ ਪਿਆ। ਉਹ ਵੇਖ ਲੈਣ, ਚੈੱਕ ਕਰ ਲੈਣ, ਉਹ ਬਿਲਕੁਲ ਗਲਤ ਕਹਿ ਰਹੇ ਨੇ। ਉਹ ਨਹੀਂ ਪਿਆ ਵੋਟ 85% ਉਹਨਾਂ ਨੂੰ ਨਹੀਂ ਪਿਆ। ਉਹ ਜਿਹੜਾ 20-80 ਵਾਲੀ ਗੱਲ ਕਰਦੇ ਨੇ, ਉਹਨਾਂ ਦਾ ਉਹਦੇ ਰੱਟੀ ਰਟਾਈ ਚੀਜ਼ਾਂ ਨੇ। ਉਹ ਕਹਿੰਦੇ ਆ ਕਿ ਜਿੱਥੋਂ ਸਾਨੂੰ ਆਸ ਵੀ ਨਹੀਂ ਸੀ, ਉੱਥੋਂ ਵੀ ਸਿੱਖਾਂ ਦਾ ਵੋਟ ਸਾਨੂੰ ਪਿਆ। ਨਹੀਂ ਉਹ ਹੁਣ ਫਿਰ ਜਿਹੜਾ ਨਾ ਗਲਤ ਗੱਲ ਹੈ, ਉਹ ਤੇ ਦਬਾਅ ਦੂਬ ਪਕਾ ਕੇ ਜਿਹੜੇ। ਕੋਈ ਗੱਲ ਨਹੀਂ। ਇੱਕ ਚੀਜ਼ ਆਪਾਂ ਜੇ ਗੱਲ ਕਰੀਏ, ਮੁਸਲਿਮ ਭਾਈਚਾਰੇ ਦਾ ਵੋਟ ਤੁਹਾਨੂੰ ਬਹੁਤ ਪਿਆ। ਕੀ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਇੱਕ ਉਹਨਾਂ ਨੇ ਛਵੀ ਇਸ ਤਰ੍ਹਾਂ ਦੀ ਕ੍ਰੀਏਟ ਕੀਤੀ ਕਿ ਮੁਸਲਿਮ ਹਿਤੈਸ਼ੀ ਦਿਖਾ ਕੇ ਦੂਜਿਆਂ ਦੀ ਵੋਟਾਂ ਲੈਣ ਨੂੰ ਕਾਮਯਾਬ ਹੋ ਗਏ? ਇਹਨਾਂ ਦੀ ਨਹੀਂ ਬਿਲਕੁਲ ਗਲਤ ਗੱਲ ਹੈ। ਇਹ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਸਾਨੂੰ ਮੁਸਲਿਮ ਵੋਟ ਸਮਾਜਵਾਦੀ ਨੂੰ ਪੈਂਦਾ ਵੀ ਹੈ, ਐਰਕਾਂ ਵੀ ਪਿਆ ਹੈ, ਲੇਕਿਨ ਸਾਨੂੰ ਹਿੰਦੂ ਵੋਟ ਵੀ ਤਾਂ ਪਿਆ ਹੈ। ਇਹ ਕਿਉਂ ਕਹਿ ਰਹੇ ਨੇ? ਅਸੀਂ ਕਈ ਹਿੰਦੂ ਵੋਟਾਂ ਤੋਂ ਜਿੱਤ ਕੇ ਆਏ ਜਿੱਥੇ ਇੱਕ ਮੁਸਲਿਮ ਵੀ ਨਹੀਂ ਹੈ। ਇਹ ਬਿਲਕੁਲ ਗਲਤ ਗੱਲ ਹੈ। ਸਾਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈਆਂ ਤੋਂ ਵੀ ਜਿੱਤ ਕੇ ਆਏ ਆ। ਸਾਨੂੰ ਤੇ ਸਾਰੇ ਵਰਗਾਂ ਦਾ ਵੋਟ ਪਿਆ ਜੀ। ਮੈਂ ਤੁਹਾਨੂੰ ਦੱਸ ਦਾਂ, ਮਾਰ ਕਿੱਥੇ ਖਾ ਗਏ ਫਿਰ? ਮਾਰ ਤੇ ਤੁਹਾਨੂੰ ਦੱਸਿਆ ਹੈ ਕਿ ਇਹ ਸਰਕਾਰ ਦੀ ਮਾਰ 'ਚ ਅਸੀਂ ਵੀ ਆ ਗਏ ਹਾਂ, ਜਿਹੜੀ ਪੂਰੀ ਸਰਕਾਰ। ਹੁਣ ਹੁਣ ਤੁਹਾਨੂੰ ਜਿਹੜਾ ਤੁਸੀਂ ਹਾਰੇ ਨਹੀਂ ਹੋ, ਤੁਹਾਨੂੰ ਹਰਾਇਆ ਗਿਆ ਇੱਕ ਗਲਤ ਤਰੀਕੇ ਦੇ ਨਾਲ, ਇਹ ਤੁਹਾਡਾ ਕਹਿਣ ਦਾ ਮਤਲਬ ਹੈ? ਬਿਲਕੁਲ, ਇਹਦੇ 'ਚ ਸਾਨੂੰ ਸ਼ੰਕਾ ਹੈ। ਅਸੀਂ ਕਾਨੂੰਨੀ ਰਾਏ ਲੈ ਕੇ ਜ਼ਰੂਰ ਕਾਰਵਾਈ ਕਰਨ ਦੀ। ਅਸੀਂ ਉਸ ਵੇਲੇ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ? ਤੁਹਾਨੂੰ ਲੱਗਿਆ, ਤੁਹਾਨੂੰ ਸ਼ੱਕ ਹੋਇਆ ਕਿ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਤਾਂ ਵਿਰੋਧ ਕਰਨਾ ਚਾਹੀਦਾ? ਸਾਨੂੰ ਹੁਣ ਜਾਣਕਾਰੀ ਜਿਹੜੀ ਹੈ ਨਾ, ਇਹ ਐਕਚੁਅਲੀ ਜਿਹੜੀ ਬੈਲਟ ਪੇਪਰ ਦੀ ਜਾਣਕਾਰੀ ਸਾਨੂੰ ਬਾਅਦ 'ਚ ਹੋਈ ਹੈ। ਇਹ ਤੇ 100% ਸਾਨੂੰ ਉਮੀਦ ਹੈ ਕਿ ਕਰਮਚਾਰੀ ਵੋਟ ਉਹਨੂੰ ਬੀਜੇਪੀ ਨੂੰ ਨਹੀਂ ਪਾ ਸਕਦਾ, ਜਿਹੜੇ ਉਹ ਪਾ ਹੀ ਨਹੀਂ ਸਕਦਾ। ਇੰਨਾ ਨਾਰਾਜ਼ ਹੈ, ਪੈਨਸ਼ਨ ਬੰਦ ਕੀਤੀ ਪਈ ਹੈ, ਕਰਮਚਾਰੀ ਤਰਾਈ ਕਰਨ ਡਿਆ, ਬੋਲ ਨਹੀਂ ਸਕਦਾ, ਆ ਕੇ ਖੜਾ ਹੋ ਗਿਆ। ਉਹ ਜਦੋਂ ਮੈਂ ਦੇਖਿਆ, ਮੈਂ ਕਿਹਾ ਹੈਰਾਨਗੀ ਹੈ। ਹੁਣ ਉਹਦੇ ਖਿਲਾਫ ਅਸੀਂ ਜੇ ਵੀ ਹੈ, ਅਸੀਂ ਜ਼ਰੂਰ ਕਰਾਂਗੇ ਕਾਰਵਾਈ। ਕੀ ਹਾਰ ਆਪਣੀ ਐਕਸੈਪਟ ਕਰਦੇ? ਪਬਲਿਕ ਨੂੰ ਕੀ ਕਹਿਣਾ? ਨਹੀਂ, ਉਹ ਤਾਂ ਵੇਖੋ, ਗੱਲ ਸੁਣੋ, ਪਬਲਿਕ ਤਾਂ ਮੇਰੀ ਮੰਨ ਹੀ ਨਹੀਂ ਰਹੀ। ਅਸੀਂ ਹਾਰ ਕੇ ਕਿਵੇਂ ਪਬਲਿਕ ਮੰਨ ਰਹੇ ਹਾਂ? ਤੁਸੀਂ ਉਹਨੇ ਕਿਹਾ ਸੀ ਕਿ ਮੈਂ ਤਾਂ ਆਪਣੀ ਹਾਰ ਮੰਨ ਕੇ। ਨਹੀਂ, ਮੈਂ ਤਾਂ ਉੱਥੋਂ ਚੱਲ ਕੇ ਆ ਹੀ ਗਿਆ ਸੀ, ਤੁਹਾਨੂੰ ਕਹਿ ਰਿਹਾ ਵਾਂ। ਇਹ ਤਾਂ ਹਾਰ ਐਕਸੈਪਟ ਤੁਸੀਂ ਟਾਈਮ ਨਾਲ? ਨਹੀਂ, ਮੈਂ ਤੇ ਵੇਖੋ, ਜਦੋਂ ਮੈਂ ਸਾਫ਼ ਗੱਲ ਕਰ ਰਿਹਾ ਵਾਂ ਕਿ ਮੈਂ ਉੱਥੋਂ ਜਦੋਂ ਆ ਗਿਆ ਵਾਂ, ਲੇਕਿਨ ਮੈਨੂੰ ਆ ਜਿਹੜੇ ਵੈਲਿਡ ਪੇਪਰ ਦੀ ਜਾਣਕਾਰੀ ਜਦੋਂ ਮੈਨੂੰ ਮਿਲੀ ਹੈ ਨਾ, ਤਾਂ ਡਾਊਟ ਹੈ, ਇਹ ਮੇਰੇ ਸਾਹਮਣੇ ਨਹੀਂ ਆਈ। ਇਹਦੇ 'ਚ 100% ਲੱਗ ਰਿਹਾ। ਹੁਣ ਮੈਨੂੰ ਪਤਾ ਲੱਗ ਰਿਹਾ ਕਿ ਇਹਨਾਂ ਨੇ ਸਾਡੀ ਕਿਉਂ ਨਹੀਂ ਸੀ, ਉਹ ਜਿਹੜੀ ਸਾਡੀ ਸੂਚਨਾ ਰਾਉਂਡ ਬਾਊਟ ਰਾਉਂਡ ਕਿਉਂ ਨਹੀਂ ਕੀਤੀ ਗਈ। ਪੂਰੇ ਮੀਡੀਆ ਨੂੰ ਪਤਾ ਹੋਏਗਾ ਕਿ ਸਾਡਾ ਕਰੀਬ 10:30-11 ਵਜੇ ਤੋਂ ਬਾਅਦ ਸਾਡੀ ਜਿਹੜੀ ਹੈ ਉਹਨਾਂ ਦੀ ਅਨਾਉਂਸ ਕਿਉਂ ਨਹੀਂ ਕੀਤਾ ਗਿਆ। ਇਹ ਬਿਲਕੁਲ ਸ਼ੱਕ ਜਤਾਇਆ। ਅਗਲੀ ਰਣਨੀਤੀ ਹੁਣ ਕੀ ਹੈ ਤੁਹਾਡੀ? ਅਗਲੀ ਰਣਨੀਤੀ ਤੇ ਇਹਦੇ ਖਿਲਾਫ ਵੀ ਕਰਾਂਗੇ ਕਾਰਵਾਈ। ਔਰ ਜਨਤਾ ਦਾ ਭਈਆ ਮੈਂ ਤੇ ਤਹਿ ਦਿਲ ਤੋਂ ਸ਼ੁਕਰੀਆ। 1 ਲੱਖ ਤੋਂ ਜ਼ਿਆਦਾ ਜਿਹੜੇ ਲੋਕਾਂ ਨੇ ਵੋਟ, ਉਹ ਵੀ ਮੇਰੇ ਵਰਗੇ ਬੰਦੇ ਨੂੰ ਬਗੈਰ ਕਿਸੇ ਲਾਲਚ ਲੋਭ ਦੇ, ਉਹ ਲੋਕਾਂ ਨੇ ਤਾਂ ਪੈਸਾ ਵੀ ਖਰਚ ਕੀਤਾ ਹੈ, ਦਾਰੂ ਔਰ ਮੀਟ ਮੁਰਗੇ ਸਾਰਿਆਂ ਦੇ ਘਰਾਂ। ਤੁਹਾਡੀ ਛਵੀ ਇੱਕ ਬਹੁਤ ਵਧੀਆ ਹੈ ਇਸ ਇਲਾਕੇ, ਜੋ ਅਸੀਂ ਪਤਾ ਕੀਤਾ, ਲੇਕਿਨ ਉਹਦੇ ਬਾਵਜੂਦ ਰਹਿ ਜਾਣਾ ਤੇ ਕਿਸਾਨੀ ਅੰਦੋਲਨ ਦਾ ਗੜ ਰਹਿਣਾ, ਉਹ ਇੱਕ ਆਮ ਜਿਹੜੇ ਸਮਰਥਕ ਨੇ ਉਹ ਪਛਾ ਨਹੀਂ ਪਾ ਰਹੇ। ਨਹੀਂ, ਤਾਂ ਹੀ ਤਾਂ ਇੱਥੋਂ ਤੱਕ ਪਹੁੰਚ ਗਏ ਹਾਂ ਅਸੀਂ, ਤਾਂ ਹੀ ਤਾਂ ਪਹੁੰਚ ਗਏ ਹਾਂ ਅਸੀਂ, ਤਾਂ ਹੀ ਤਾਂ ਸਾਡੇ ਐਕਸੈਪਟ ਲੋਕ ਕਹਿ ਰਹੇ ਨੇ ਕਿ ਹੋ ਕਿਵੇਂ ਗਿਆ। ਲੇਕਿਨ ਇਸ ਟਾਈਮ ਵੇਖੋ, ਜਦੋਂ ਟੈਨੀ ਵਰਗੇ ਬੰਦੇ ਜਿਹੜੇ ਕਾਤਿਲ ਨੇ, ਉਹ ਅੱਜ ਬਾਹਰ ਬੈਠੇ ਨੇ। ਆਜ਼ਮ ਖਾਂ ਵਰਗੇ ਬੰਦੇ ਜਿਨ੍ਹਾਂ 'ਤੇ ਕੋਈ ਇਹੋ ਜਿਹਾ ਦਾਗ ਨਹੀਂ ਹੈ, ਜਿਹਨਾਂ ਨੂੰ ਅੰਦਰ ਰੱਖਿਆ ਜਾਏ ਉਹਦਾ ਫੈਸਲਾ ਹੀ ਨਹੀਂ ਕਰਨ ਦੇ ਰਹੇ, ਉਹ ਅੰਦਰ ਨੇ। ਤੁਸੀਂ ਪੂਰੇ ਦੇਸ਼ ਸਮਝ ਸਕਦੇ ਹੋ, ਈਮਾਨਦਾਰ ਜੋਲ 'ਚ ਸੁੱਟੇ ਗਏ ਨੇ। ਔਰ ਇਹੋ ਜਿਹੇ ਟੈਨੀ ਵਰਗੇ ਬੰਦੇ ਜਿਹੜੇ ਬਾਹਰ ਘੁੰਮ ਰਹੇ ਨੇ, ਤੁਸੀਂ ਵੀ ਵੇਖ ਰਹੇ ਹੋਣੇ, ਉਹਨਾਂ 'ਤੇ ਕਿੰਨੇ ਦਾਗ ਨੇ। ਔਰ 307 ਵਾਲਾ ਬੰਦਾ 4 ਮਹੀਨੇ ਬਾਅਦ ਬਾਹਰ ਆ ਗਿਆ, ਉਹ ਬੈਠਾ ਹੈ ਬਾਹਰ। ਤੇ ਦੇਸ਼ ਜਾ ਕਿੱਧਰ ਰਿਹਾ, ਇਹਦੀ ਚਿੰਤਾ ਕਰੋ। ਅੱਜ ਭਗਤ ਸਿੰਘ ਨੂੰ ਜਾਣਨ ਵਾਲੇ ਲੋਕ ਨਹੀਂ ਹੈ। ਅੱਜ ਹੋਰ ਲੋਕਾਂ ਨੂੰ, ਗਾਂਧੀ ਨੂੰ ਭੁੱਲ ਗਏ ਲੋਕ, ਨਾਥੂਰਾਮ ਗੋਡਸੇ ਨੂੰ ਲੋਕੀ ਯਾਦ ਕਰ ਲੈਂਦੇ। ਸੋ ਬਹੁਤ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਇਹ ਸਨ ਸਾਡੇ ਨਾਲ ਜੁੜੇ ਹੋਏ ਬਿਲਾਸਪੁਰ ਵਿਧਾਨ ਸਭਾ ਤੋਂ ਸਪਾ ਤੋਂ ਜਿਹੜੇ ਬਹੁਤ ਹੀ ਮਜ਼ਬੂਤ ਪ੍ਰਤਿਆਸ਼ੀ ਸੀ ਅਮਰਜੀਤ ਸਿੰਘ ਢਿੱਲੋਂ ਸਾਹਿਬ। ਕਹਿੰਦੇ ਆ ਕਿ ਜਿਹੜੇ ਬੈਲਟ ਪੇਪਰ ਦੇ ਵਿੱਚ ਜਿਹੜੀ ਕਾਊਂਟਿੰਗ ਹੋਈ ਹੈ, ਉਹਦੇ ਵਿੱਚ ਹੇਰ ਫੇਰ ਕੀਤਾ ਗਿਆ ਹੈ। ਤੇ ਹੁਣ ਜਿਹੜੀ ਕਹਿ ਰਹੇ ਨੇ ਕਿ ਆਪਣਾ ਵਿਚਾਰ ਵਿਮਰਸ਼ ਕਰ ਰਹੇ ਨੇ,
ਉਹਦੇ ਅਗੇਂਸਟ ਜੋ ਕਾਰਵਾਈ ਲੀਗਲੀ ਹੋ ਸਕਦੀ ਹੈ ਇਹ ਕਰਨਗੇ। ਕੁੱਲ ਮਿਲਾ ਕੇ ਅਪਡੇਟ ਇਹ ਹੈਗੀ ਹੈ ਕਿ ਬਲਦੇਵ ਸਿੰਘ ਔਲਖ ਸਾਹਿਬ ਜਿਹੜੇ ਪੂਰਬ ਮੰਤਰੀ ਨੇ ਉਹ ਜਿੱਤ ਚੁੱਕੇ ਨੇ। ਕਿਸਾਨੀ ਅੰਦੋਲਨ ਦਾ ਗੜ੍ਹ ਰਹਿਣ ਵਾਲੇ ਬਿਲਾਸਪੁਰ ਤੋਂ ਇਹ ਉਹਨਾਂ ਦੀ ਇੱਕ ਵੱਡੀ ਜਿੱਤ ਕਹੀ ਜਾ ਰਹੀ ਹੈ। ਵਿਰੋਧ ਬਹੁਤ ਹੈਗਾ ਸੀਗਾ ਲੇਕਿਨ ਉਹਦੇ ਬਾਵਜੂਦ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ। ਢਿੱਲੋਂ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਬਿਲਾਸਪੁਰ ਦੀ ਵਿਧਾਨ ਸਭਾ ਦੀ ਜਨਤਾ ਦੇ ਲਈ ਸਾਂਝੇ ਕੀਤੇ। ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ ਬਹੁਤ।